ਜੇ ਕੈਪਟਨ ਸਾਹਿਬ ਨੇ ਆਪਣੇ ਬਿਆਨਾਂ ਵਿੱਚ ਸੁਧਾਰ ਨਾ ਕੀਤਾ ਜਾਂ ਇਸ ਤਰ੍ਹਾਂ ਦੀ ਕੋਈ ਬਿਆਨਬਾਜ਼ੀ ਕੀਤੀ, ਬਿਲਕੁਲ ਨਹੀਂ ਕੈਪਟਨ ਦਾ ਹੈਲੀਕਾਪਟਰ ਉੱਤਰਨ ਦੇਵਾਂਗੇ। ਜਿਸ ਤਰ੍ਹਾਂ ਖੱਟਰ ਦਾ ਨਹੀਂ ਹਰਿਆਣੇ 'ਚ ਉਤਰਦਾ, ਕੈਪਟਨ ਸਾਹਿਬ ਨੇ ਨਹੀਂ ਸਾਨੂੰ ਇੱਥੇ ਭੇਜਿਆ। ਜੇ ਕੈਪਟਨ ਸਾਹਿਬ ਨੂੰ ਇਹ ਲੱਗਦਾ ਵੀ ਪੰਜਾਬ ਦੇ ਕਿਸਾਨ ਦਿੱਲੀ ਪਹੁੰਚ ਨਹੀਂ ਸਕਦੇ ਸੀ ਜਾਂ ਪੰਜਾਬ ਦੇ ਕਿਸਾਨਾਂ ਨੂੰ ਮੈਂ ਰਾਹ 'ਚ ਰੋਕ ਲੈਣਾ ਸੀ, ਫਿਰ ਸ਼ਾਇਦ ਉਹ ਵੀ ਇਹ ਕੋਸ਼ਿਸ਼ ਖੱਟਰ ਵਾਂਗ ਕਰਕੇ ਦੇਖ ਲੈਂਦੇ। ਜਿਸ ਤਰ੍ਹਾਂ ਇਹਨਾਂ ਦੇ ਵੱਡੇ ਉੱਪਰੋਂ ਅਸੀਂ ਇਹ ਗੱਲ ਸਮਝਦੇ ਹਾਂ ਵੀ ਇਸ਼ਾਰਾ ਇਹ ਕੇਂਦਰ ਤੋਂ ਹੀ ਗਿਆ ਵੀ ਤੁਸੀਂ ਕਿਤੇ ਨਾ ਕਿਤੇ ਪੰਜਾਬ ਤੋਂ ਇਹਨਾਂ ਕਿਸਾਨਾਂ ਨੂੰ ਉਠਾ ਲਓ ਤਾਂ ਜੋ ਉੱਥੇ ਜਿਹੜੇ ਦਿੱਲੀ ਬਾਰਡਰਾਂ 'ਤੇ ਕਿਸਾਨ ਸੰਘਰਸ਼ ਲੜਦੇ ਆ ਉਹ ਵੀ ਵਾਪਸ ਆਉਣ। ਇਹ ਜਿਹੜੀਆਂ ਦੋ ਵੱਡੀਆਂ ਪਾਰਟੀਆਂ ਕਾਰਪੋਰੇਟ ਨੂੰ ਲਿਆਣੇ ਵਾਲੀਆਂ ਬਿਲਕੁਲ ਕਾਰਪੋਰੇਟ ਦੇ ਇਸ਼ਾਰੇ 'ਤੇ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਆ, ਦਬਾਅ ਬਣਾਏ ਆ, ਅੰਦਰ ਖਾਤੇ ਮਿਲੀਆਂ ਭੁਗਤਾਂ ਆ। ਸੋ ਸਾਨੂੰ ਵੀ ਇਸ ਤਰ੍ਹਾਂ ਲੱਗਦਾ ਵੀ ਕਾਂਗਰਸ ਇਸ ਜੋ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਦਿੱਤਾ ਇਹਦਾ ਨਾਂ ਮੰਨ ਕੇ ਕਿਸਾਨ ਵਿਰੋਧੀ ਹੋਣ ਦਾ ਇੱਕ ਸਬੂਤ ਪੇਸ਼ ਕਰ ਰਹੇ ਆ। 6 ਮਹੀਨਿਆਂ ਨੂੰ ਵੋਟਾਂ ਆ ਰਹੀਆਂ, ਇੱਕ ਕਿਸਾਨਾਂ ਦੇ ਨਾਲ ਹਮਦਰਦੀ ਪ੍ਰਗਟਾ ਕੇ ਕੇਵਲ ਤੇ ਕੇਵਲ ਆਪਣੀ ਕੁਰਸੀ ਦੀ ਭੁੱਖ ਆ ਇਹਨਾਂ ਲੋਕਾਂ ਨੂੰ। ਕੋਈ ਇਹਨਾਂ ਨੂੰ ਸਾਡੇ ਮੋਰਚੇ ਨਾਲ ਹਮਦਰਦੀ ਨਹੀਂ, ਚਾਹੇ ਉਹ ਅਕਾਲੀ ਦਲ ਹੋਵੇ, ਚਾਹੇ ਕਾਂਗਰਸ ਹੋਵੇ, ਬੀਜੇਪੀ ਦਾ ਚਿਹਰਾ ਪੂਰੇ ਵਰਲਡ ਦੇ ਸਾਹਮਣੇ ਨੰਗਾ, ਚਾਹੇ ਆਮ ਪਾਰਟੀ ਹੋਵੇ, ਕਿਸੇ ਦੀ ਹਮਦਰਦੀ ਸਾਡੇ ਨਾਲ ਨਹੀਂ ਹੈਗੀ। ਜੋ ਮੁਜ਼ੱਫਰਨਗਰ ਰੈਲੀ ਇੱਕ ਯੂਪੀ ਮਿਸ਼ਨ ਚਲਾਇਆ ਸੀ, ਉਸਨੇ ਬੀਜੇਪੀ ਦੀਆਂ ਨੀਂਦਾਂ ਉਡਾਈਆਂ ਹੋਈਆਂ ਨੇ। ਅਸੀਂ ਜਿੱਤ ਵੱਲ ਵਧ ਰਹੇ ਹਾਂ। ਬੀਜੇਪੀ ਦੇ ਆਗੂਆਂ ਦਾ ਵਿਰੋਧ ਹੁੰਦਾ ਰਿਹਾ ਪੰਜਾਬ ਦੇ ਵਿੱਚ ਵੀ, ਹਰਿਆਣਾ ਦੇ ਵਿੱਚ ਵੀ, ਔਰ ਕੇਂਦਰ ਸਰਕਾਰ ਦਾ ਵੀ ਵੱਡੇ ਪੱਧਰ ਤੇ ਵਿਰੋਧ ਹੁੰਦਾ ਰਿਹਾ। ਮੋਰਚੇ ਲਾਏ ਹੋਏ ਨੇ ਕਿਸਾਨਾਂ ਨੇ ਕਿ ਖੇਤੀਬਾੜੀ ਕਾਨੂੰਨ ਰੱਦ ਕੀਤੇ ਜਾਣ। ਕੈਪਟਨ ਅਮਰਿੰਦਰ ਸਿੰਘ ਹੁਣਾਂ ਦਾ ਬਿਆਨ ਆਇਆ, ਉਸ ਤੋਂ ਬਾਅਦ ਵਿਵਾਦ ਹੋ ਰਿਹਾ, ਮਾਹੌਲ ਭਖਿਆ ਹੋਇਆ ਨਜ਼ਰ ਆ ਰਿਹਾ ਔਰ ਸਿਆਸੀ ਆਗੂਆਂ ਨੇ ਵੀ ਤਿੱਖੇ ਪ੍ਰਤੀਕਰਮ ਦਿੱਤੇ ਨੇ। ਕੁਲਦੀਪ ਸਿੰਘ ਵਜੀਦਪੁਰ ਕਿਸਾਨ ਆਗੂ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਹਾਂ ਸਿੰਘੂ ਬਾਰਡਰ ਤੋਂ। ਵਜੀਦਪੁਰ ਸਾਹਿਬ, ਕਿਸ ਤਰ੍ਹਾਂ ਦੇਖਿਆ ਜਾਵੇ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨੂੰ, ਕਿੱਦਾਂ ਦੇਖਦੇ ਹੋ? ਕਹਿੰਦੇ ਕਿ ਪੰਜਾਬ ਦੇ ਵਿੱਚ ਧਰਨੇ ਨਾ ਲਾਏ ਜਾਣ, ਆਰਥਿਕਤਾ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ, ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਂ ਰੁਕਿਆ ਨਹੀਂ, ਇਸੇ ਕਰਕੇ ਸਿੰਘੂ ਤੇ ਟਿੱਕਰੀ ਬਾਰਡਰ ਤੇ ਬੈਠੇ ਜਾ ਕੇ ਕਿਸਾਨ। ਬਿਕਰਮ ਜੀ, ਅਸੀਂ ਇਸ ਬਿਆਨ ਨੂੰ ਜੋ ਸਰਦਾਰ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਦਿੱਤਾ, ਬੜਾ ਹੀ ਮੰਦਭਾਗਾ, ਬੜਾ ਹੀ ਗੈਰ ਜ਼ਿੰਮੇਵਾਰ ਬਿਆਨ ਸੀ। ਕੈਪਟਨ ਸਾਹਿਬ ਨੇ ਨਹੀਂ ਸਾਨੂੰ ਇੱਥੇ ਭੇਜਿਆ। ਜੇ ਕੈਪਟਨ ਸਾਹਿਬ ਨੂੰ ਇਹ ਲੱਗਦਾ ਵੀ ਪੰਜਾਬ ਦੇ ਕਿਸਾਨ ਦਿੱਲੀ ਪਹੁੰਚ ਨਹੀਂ ਸਕਦੇ ਸੀ ਜਾਂ ਪੰਜਾਬ ਦੇ ਕਿਸਾਨਾਂ ਨੂੰ ਮੈਂ ਰਾਹ 'ਚ ਰੋਕ ਲੈਣਾ ਸੀ, ਫਿਰ ਸ਼ਾਇਦ ਉਹ ਵੀ ਇਹ ਕੋਸ਼ਿਸ਼ ਖੱਟਰ ਵਾਂਗ ਕਰਕੇ ਦੇਖ ਲੈਂਦੇ। ਵੀ ਜਿਸ ਤਰ੍ਹਾਂ ਅਸੀਂ ਹਰਿਆਣੇ ਦੇ ਵਿੱਚ ਨਾਕੇ ਭੰਨ ਕੇ ਇੱਥੇ ਦਿੱਲੀ ਆਏ ਆ, ਤੇ ਉਹ ਕੈਪਟਨ ਸਾਹਿਬ ਦੀ ਵੀ ਜੇ ਉਹਨਾਂ ਦੀ ਮਨਸ਼ਾ ਸੀ ਤਾਂ ਉਹ ਉਸ ਵੇਲੇ ਉਸ ਤਰ੍ਹਾਂ ਦਾ ਪ੍ਰੋਗਰਾਮ ਕਰ ਸਕਦੇ ਸੀ। ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਪੰਜਾਬ ਦਾ ਜਿਹੜਾ ਕਿਸਾਨ ਆ, ਉਹਨਾਂ ਨੇ ਲਗਾਤਾਰ ਕਰੀਬ 1.25 ਸਾਲ ਸਾਨੂੰ ਇਸ ਅੰਦੋਲਨ ਤੇ ਸੜਕਾਂ ਤੇ ਬੈਠਿਆਂ ਨੂੰ ਹੋ ਗਏ। ਤੇ ਜੋ ਕੈਪਟਨ ਸਾਹਿਬ ਨੇ ਕੱਲ੍ਹ ਬਿਆਨ ਦਿੱਤਾ ਭਈ ਇਹਨਾਂ ਨੂੰ ਜੋ ਇਹ ਵੱਖ-ਵੱਖ ਥਾਵਾਂ ਤੇ ਪੰਜਾਬ ਵਿੱਚ ਧਰਨੇ ਲਾਏ ਹੋ ਆ ਤੇ ਉਹ ਧਰਨੇ ਚੱਕ ਲੈਣੇ ਚਾਹੀਦੇ ਆ, ਵੀ ਪੰਜਾਬ ਦਾ ਆਰਥਿਕ ਨੁਕਸਾਨ ਹੋ ਰਿਹਾ। ਅਸੀਂ ਕੈਪਟਨ ਸਾਹਿਬ ਨੂੰ ਇੱਕ ਸਵਾਲ ਪੁੱਛਣਾ ਚਾਹੁੰਦੇ ਹਾਂ ਵੀ ਉਹ ਐਸੀ ਕਿਹੜੀ ਜਗ੍ਹਾ ਦੱਸ ਦੇਣ ਵੀ ਜਿਨ੍ਹਾਂ ਦੇ ਅਸੀਂ ਸਰਕਾਰੀ ਪ੍ਰਾਪਰਟੀ ਤੇ ਬੈਠੇ ਹੋਈਏ ਜਾਂ ਕਿਸੇ ਮੰਤਰੀ ਦੀ ਨਿੱਜੀ ਪ੍ਰਾਪਰਟੀ ਤੇ ਬੈਠੇ ਹੋਈਏ। ਦੇ ਉੱਪਰੋਂ ਅਸੀਂ ਇਹ ਗੱਲ ਸਮਝਦੇ ਹਾਂ ਵੀ ਇਸ਼ਾਰਾ ਇਹ ਕੇਂਦਰ ਤੋਂ ਹੀ ਗਿਆ ਵੀ ਤੁਸੀਂ ਕਿਤੇ ਨਾ ਕਿਤੇ ਪੰਜਾਬ ਤੋਂ ਇਹਨਾਂ ਕਿਸਾਨਾਂ ਨੂੰ ਉਠਾ ਲਓ ਤਾਂ ਜੋ ਉੱਥੇ ਜਿਹੜੇ ਦਿੱਲੀ ਬਾਰਡਰਾਂ 'ਤੇ ਕਿਸਾਨ ਸੰਘਰਸ਼ ਲੜਦੇ ਆ ਉਹ ਵੀ ਵਾਪਸ ਆਉਣ ਤੇ ਪੰਜਾਬ ਸਰਕਾਰ, ਪੰਜਾਬ ਦੇ ਕਿਸਾਨ ਪੰਜਾਬ ਚੁੱਲ੍ਹ 'ਚ ਰਹਿ ਜਾਣ। ਜਿਸ ਤਰ੍ਹਾਂ ਕਿਸਾਨ ਲਾਠੀਚਾਰਜ ਹੋਇਆ ਕਰਨਾਲ, ਵੀ ਹਰਿਆਣੇ ਦੇ ਕਿਸਾਨ ਹਰਿਆਣੇ 'ਚ ਉਲਝ ਕੇ ਰਹਿ ਜਾਣ। ਵੀ ਜੋ ਦਿੱਲੀ ਬਾਰਡਰਾਂ 'ਤੇ ਵੱਧ ਰਹੀ ਸੰਖਿਆ ਮੋਦੀ ਦੀ ਇਹ ਚਿੰਤਾ ਦਾ ਵਿਸ਼ਾ ਬਣੇ ਹੋ ਆ। ਜੋ ਮੁਜ਼ੱਫਰਨਗਰ ਰੈਲੀ ਇੱਕ ਯੂਪੀ ਮਿਸ਼ਨ ਚਲਾਇਆ ਸੀ, ਉਸਨੇ ਬੀਜੇਪੀ ਦੀਆਂ ਨੀਂਦਾਂ ਉਡਾਈਆਂ ਹੋਈਆਂ ਨੇ। ਅਸੀਂ ਜਿੱਤ ਵੱਲ ਵਧ ਰਹੇ ਹਾਂ। ਜਦੋਂ ਅਸੀਂ ਜਿੱਤ ਵੱਲ ਵਧ ਰਹੀ ਦਾ ਉਹਦਾ ਮੋਰਚਾ ਇਸ ਵੇਲੇ ਪੂਰਾ ਪੀਕ ਤੇ ਆ, ਬਿਲਕੁਲ ਜਿੱਤਣ ਦੇ ਕਿਨਾਰੇ ਆ। ਇਸ ਤਰ੍ਹਾਂ ਦੇ ਜੋ ਬਿਆਨ ਕੈਪਟਨ ਸਾਹਿਬ ਨੇ ਦਿੱਤੇ ਆ, ਬੜੇ ਹੀ ਮੰਦਭਾਗੇ ਅਸੀਂ ਇਹਨਾਂ ਨੂੰ ਕਹਿ ਸਕਦੇ ਹਾਂ। ਫਿਰ ਆਉਣ ਵਾਲੇ ਦਿਨਾਂ 'ਚ ਵਿਰੋਧ ਕਰੋਗੇ ਸਾਰੀਆਂ ਸਿਆਸੀ ਪਾਰਟੀਆਂ ਦਾ, ਜਾਂ ਕੀ ਕੋਈ ਨਵਾਂ ਪਲਾਨ ਤਿਆਰ ਕੀਤਾ ਜਾਏਗਾ? ਦੇਖੋ, ਜੋ ਚੰਡੀਗੜ੍ਹ ਸਾਡੀ 10 ਤਰੀਕ ਨੂੰ ਮੀਟਿੰਗ ਹੋਈ ਸੀ ਸਰਬ ਪੋਲੀਟੀਕਲ ਪਾਰਟੀਆਂ ਨਾਲ, ਉਹਦੇ ਵਿੱਚ ਅਕਾਲੀ ਦਲ ਦੇ ਵੀ ਆਏ ਸੀ ਨੁਮਾਇੰਦੇ ਤੇ ਕਾਂਗਰਸ ਦੇ ਵੀ ਆਏ ਸੀਗੇ, ਤੇ ਇਹ ਸਾਰੀਆਂ ਪਾਰਟੀਆਂ ਨੇ ਸਾਨਾ ਸਹਿਮਤੀ ਪ੍ਰਗਟਾਈ ਸੀ ਵੀ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਆ। ਜਿਸ ਤਰ੍ਹਾਂ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਹੋਇਆ ਸੀ ਵੀ ਕੋਈ ਵੀ ਉਦੋਂ ਤੱਕ ਪੋਲੀਟੀਕਲ ਰੈਲੀ ਜਾਂ ਪੋਲੀਟੀਕਲ ਜਲਸਾ ਜਾਂ ਚੋਣ ਮੁਹਿੰਮ ਨਾ ਚਲਾਈ ਜਾਵੇ ਜਿੰਨਾ ਚਿਰ ਜਿਹੜੇ ਆਪਣਾ ਚੋਣ ਜਾਬਤਾ ਨਹੀਂ ਲੱਗ ਜਾਂਦਾ, ਚੋਣ ਕਮਿਸ਼ਨ ਵੱਲੋਂ ਐਲਾਨ ਨਹੀਂ ਹੋ ਜਾਂਦਾ। ਸੋ ਦੋ ਪਾਰਟੀਆਂ ਨੇ ਸਹਿਮਤੀ ਪ੍ਰਗਟਾਈ ਸੀ ਵੀ ਅਸੀਂ ਆਪਣੀ ਹਾਈ ਕਮਾਨ ਨਾਲ ਗੱਲ ਦੱਸਾਂਗੇ, ਜਿਹਦੇ ਵਿੱਚ ਅਸੀਂ ਇਹ ਗੱਲ ਸਮਝਦੇ ਹਾਂ ਵੀ ਕੈਪਟਨ ਸਾਹਿਬ ਦੇ ਜੋ ਉੱਥੇ ਨੁਮਾਇੰਦੇ ਇਸ ਪੰਜਾਬ ਸਰਕਾਰ ਦੇ
ਬੜੇ ਹੀ ਸਾਡੇ ਸੀਨੀਅਰ ਕਾਂਗਰਸ ਦੇ ਮੰਨੇ ਜਾਂਦੇ ਆ ਪੰਜਾਬ ਦੇ ਇਸ ਵੇਲੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਉਸ ਮੀਟਿੰਗ ਵਿੱਚ ਪਹੁੰਚੇ ਸੀ। ਉਹਨਾਂ ਨੇ ਇਹ ਮੰਗ ਰੱਖੀ ਸੀਗੀ ਭਈ ਸਾਨੂੰ ਜੋ ਸਰਕਾਰੀ ਫੰਕਸ਼ਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਵੀ ਸਾਨੂੰ ਕੁਝ ਉਦਘਾਟਨ ਸਮਾਰੋਹ ਕਰਨੇ ਪੈਂਦੇ ਆ, ਜਾਂ ਕੋਈ ਨੀਂਹ ਪੱਥਰ ਰੱਖਣ ਜਾਣਾ ਪੈਂਦਾ, ਜਾਂ ਕੋਈ ਚੱਲਦੇ ਕੰਮਾਂ ਦੀ ਵਿਜ਼ਿਟ ਕਰਨੀ ਜਾਣਾ ਪੈਂਦਾ। ਉਹਨੂੰ ਮੁੱਖ ਰੱਖਦੇ ਸੰਯੁਕਤ ਕਿਸਾਨ ਮੋਰਚੇ ਨੇ ਇਹ ਗੱਲ ਕਹੀ ਸੀ ਵੀ ਤੁਸੀਂ 10 ਤੋਂ 20-30 ਬੰਦੇ ਲਿਜਾ ਕੇ ਉਹ ਸਰਕਾਰੀ ਫੰਕਸ਼ਨ ਕਰ ਸਕਦੇ ਹੋ। ਪਰ ਹੁਣ ਮੈਨੂੰ ਲੱਗਦਾ ਵੀ ਕਾਂਗਰਸ ਦੇ ਜਿਹੜੇ ਮੁੱਖ ਮੰਤਰੀ ਦੀ ਤਰ੍ਹਾਂ, ਜਿੱਦਾਂ ਕੱਲ ਬਲਾਚੌਰ, ਨਵਾਂ ਸ਼ਹਿਰ ਜ਼ਿਲ੍ਹਾ, ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇਹ ਪ੍ਰੋਗਰਾਮ ਹੋਏ ਆ, ਵੱਡੀਆਂ ਰੈਲੀਆਂ ਕੀਤੀਆਂ ਗਈਆਂ। ਸੋ ਸਾਨੂੰ ਵੀ ਇਸ ਤਰ੍ਹਾਂ ਲੱਗਦਾ ਵੀ ਕਾਂਗਰਸ ਇਸ ਜੋ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਦਿੱਤਾ, ਇਹਦਾ ਨਾਂ ਮੰਨ ਕੇ ਕਿਸਾਨ ਵਿਰੋਧੀ ਹੋਣ ਦਾ ਇੱਕ ਸਬੂਤ ਪੇਸ਼ ਕਰ ਰਹੇ ਆ। ਉਹ ਜੋ ਰੈਲੀਆਂ ਵੱਡੀਆਂ ਕਰਕੇ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਰਹੇ ਆ ਵਿੱਚੇ ਹੀ। ਤੇ ਅਸੀਂ ਇਹ ਗੱਲ ਸਮਝਦੇ ਹਾਂ ਵੀ ਸਾਨੂੰ ਆਉਣ ਵਾਲੇ ਦਿਨਾਂ 'ਚ ਜੇ ਕੈਪਟਨ ਸਾਹਿਬ ਨੇ ਆਪਣੇ ਕਦਮ ਜੋ ਚੱਲ ਰਹੇ ਆ ਵਾਪਸ ਨਾ ਲਏ, ਤਾਂ ਅਸੀਂ ਆਉਣ ਵਾਲੇ ਦਿਨਾਂ 'ਚ 1-2 ਦਿਨਾਂ 'ਚ ਮੀਟਿੰਗ ਬੁਲਾ ਕੇ ਇਹ ਸਪਸ਼ਟ ਫੈਸਲਾ ਕਰਾਂਗੇ ਵੀ ਕਿਸੇ ਵੀ ਸਿਆਸੀ ਪਾਰਟੀ ਨੂੰ ਪੰਜਾਬ ਵਿੱਚ ਕੋਈ ਵੀ ਰੈਲੀ ਨਾ ਕਰਨ ਦਿੱਤੀ ਹੈ। ਬਿਲਕੁਲ, ਮੈਂ ਤਾਂ ਕੱਲ ਵੀ 2 ਚੈਨਲਾਂ ਨੂੰ ਬਿਆਨ ਦੇ ਚੁੱਕਾ ਹਾਂ ਜੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਕੈਪਟਨ ਸਾਹਿਬ ਇਸ ਤਰ੍ਹਾਂ ਦੀ ਭੱਦੀ ਬੋਲੀ ਨਾ ਬੋਲਣ, ਕਿਉਂਕਿ ਕਿਸਾਨ ਦੇਸ਼ ਦਾ ਬੜਾ ਔਖਾ ਇਸ ਵੇਲੇ ਇਹਨਾਂ ਦੀਆਂ, ਚਾਹੇ ਉਹ ਕੇਂਦਰ ਦੀਆਂ ਸਰਕਾਰਾਂ ਹੋਣ ਚਾਹੇ ਰਾਜ ਸਰਕਾਰਾਂ ਹੋਣ। ਜੇ ਕੈਪਟਨ ਸਾਹਿਬ ਸਮਝਦੇ ਆ ਵੀ ਅਸੀਂ ਬਹੁਤ ਹਤੈਸ਼ੀ ਆ, ਇਹ ਨਹੀਂ 15 ਰੁਪਏ ਰੇਟ ਵਧਾਇਆ ਸੀ, 5 ਦਿਨ ਅਸੀਂ ਸੜਕਾਂ ਤੇ ਰੁਲ ਕੇ 5 ਦਿਨ ਸੜਕਾਂ ਤੇ ਬੈਠ ਕੇ ਗਰਮੀ ਦੇ ਅੱਤ ਦੀ ਗਰਮੀ ਵਿੱਚ, ਬਰਸਾਤ ਵਿੱਚ, ਤੁਸੀਂ ਵੀ ਸਾਡੇ ਨਾਲ ਜਲੰਧਰ ਬਰਸਾਤ ਵਿੱਚ ਉੱਥੇ ਰਾਤ ਨੂੰ ਮੌਜੂਦ ਸੀ ਵੀ ਕਿਸ ਤਰ੍ਹਾਂ ਦੇ ਉੱਥੇ ਹਾਲਾਤ ਸੀ। ਤਾਂ ਹੀ ਨਹੀਂ ਇੱਕ ਜਦੋਂ ਕਿਸਾਨਾਂ ਦਾ ਇੱਕ ਮੁੱਠਤਾ ਨੇ ਸਰਕਾਰ ਤੇ ਦਬਾਅ ਬਣਾਇਆ ਤਾਂ ਸਾਨੂੰ 4 ਸਾਲਾਂ ਬਾਅਦ 50 ਰੁਪਏ ਦਾ ਰੇਟ ਦਿੱਤਾ। ਉਹ ਕੋਈ ਆਸਾਨ ਨਹੀਂ ਕੀਤਾ ਕੈਪਟਨ ਸਾਹਿਬ ਨੇ ਸਾਡੇ ਤੇ, ਉਹ ਸਾਡਾ ਹੱਕ ਬਣਦਾ ਆ। ਪਾਰਟੀਆਂ ਫਿਰ ਇੱਕੋ ਜਿਹੀਆਂ ਨੇ ਸਾਰੀਆਂ। ਬਿਲਕੁਲ ਇਹਨਾਂ 'ਚ ਕੋਈ ਦੋ ਰਾਵਾਂ ਨਹੀਂ। ਕੇਵਲ ਤੇ ਕੇਵਲ ਇੱਕ ਕਿਸਾਨ ਪੱਖੀ ਹੋਣ ਦਾ ਇੱਕ ਦਾਅਵਾ ਜ਼ਰੂਰ ਕਰਦੇ ਆ, ਕਿਉਂਕਿ ਹੁਣ ਆਉਣ ਵਾਲੇ ਦਿਨਾਂ 'ਚ 6 ਮਹੀਨਿਆਂ ਨੂੰ ਵੋਟਾਂ ਆ ਰਹੀਆਂ। ਇੱਕ ਕਿਸਾਨਾਂ ਦੇ ਨਾਲ ਹਮਦਰਦੀ ਪ੍ਰਗਟਾ ਕੇ ਕੇਵਲ ਤੇ ਕੇਵਲ ਆਪਣੀ ਕੁਰਸੀ ਦੀ ਭੁੱਖ ਆ ਇਹਨਾਂ ਲੋਕਾਂ ਨੂੰ। ਕੋਈ ਇਹਨਾਂ ਨੂੰ ਸਾਡੇ ਮੋਰਚੇ ਨਾਲ ਹਮਦਰਦੀ ਨਹੀਂ, ਚਾਹੇ ਉਹ ਅਕਾਲੀ ਦਲ ਹੋਵੇ, ਚਾਹੇ ਕਾਂਗਰਸ ਹੋਵੇ, ਬੀਜੇਪੀ ਦਾ ਚਿਹਰਾ ਪੂਰੇ ਵਰਲਡ ਦੇ ਸਾਹਮਣੇ ਨੰਗਾ, ਚਾਹੇ ਆਮ ਪਾਰਟੀ ਹੋਵੇ, ਕਿਸੇ ਦੀ ਹਮਦਰਦੀ ਸਾਡੇ ਨਾਲ ਨਹੀਂ ਹੈਗੀ। ਕੇਵਲ ਤੇ ਕੇਵਲ ਅੱਜ ਲੜ ਰਹੇ ਆ ਤਾਂ ਇੱਥੇ ਆਮ ਲੋਕ ਤੇ ਆਮ ਕਿਸਾਨ ਲੜ ਰਹੇ ਆ, ਮਜ਼ਦੂਰ ਲੜ ਰਹੇ ਆ। ਹਰਿਆਣੇ ਦੇ ਵਿੱਚ ਤਿੱਖਾ ਵਿਰੋਧ ਕੀਤਾ ਜਾਂਦਾ ਹੈ। ਹਰਿਆਣਾ ਦੇ ਮੁੱਖ ਮੰਤਰੀ ਦੇ ਵੀ ਇਹੋ ਜਿਹੇ ਬਿਆਨ ਆ ਰਹੇ ਸੀ, ਉਸ ਤੋਂ ਬਾਅਦ ਹੈਲੀਕਾਪਟਰ ਨਹੀਂ ਉਤਰਨ ਦਿੱਤਾ ਗਿਆ ਸੀਗਾ ਉਹਨਾਂ ਦਾ। ਕੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਜਾਂ ਮੌਜੂਦਾ ਸਰਕਾਰ ਨਾਲ ਵੀ ਇਹੋ ਜਿਹਾ ਕੁਝ ਵਿਰੋਧ ਕਰਨ ਦਾ ਪਲਾਨ ਕਰ ਸਕਦੇ ਨੇ ਕਿਸਾਨ ਲੀਡਰ? ਨਹੀਂ, ਜੇ ਕੈਪਟਨ ਸਾਹਿਬ ਨੇ ਆਪਣੀ ਬਿਆਨਾਂ ਦੇ ਵਿੱਚ ਨਾ ਸੁਧਾਰ ਕੀਤਾ ਤਾਂ ਆਉਣ ਵਾਲੇ ਦਿਨਾਂ 'ਚ ਇਸ ਤਰ੍ਹਾਂ ਦਾ ਮਾਹੌਲ ਦੇਖ ਸਕਦਾ। ਕਿਉਂਕਿ ਕੱਲ ਦੇ ਜੋ ਬਿਆਨਬਾਜ਼ੀ ਕੈਪਟਨ ਸਾਹਿਬ ਨੇ ਕੀਤੀ ਆ ਸਾਨੂੰ ਠਾਲਣ ਦੀ, ਅਸੀਂ ਇਹ ਪੁੱਛਣਾ ਚਾਹੁੰਦੇ ਆ ਵੀ ਟੋਲਾਂ ਤੇ ਬਹਿ ਕੇ ਜਿਹੜੇ ਸਾਡੇ ਕਿਸਾਨ ਵੀਰ ਬੈਠੇ ਆ, ਜਾਂ ਰਿਲਾਇੰਸ ਪੰਪਾਂ ਮੋਹਰੇ ਬੈਠੇ ਆ, ਜਾਂ ਮੌਲਾਂ ਮੋਹਰੇ ਬੈਠੇ ਆ, ਉਹਦੇ ਨਾਲ ਕੈਪਟਨ ਸਾਹਿਬ ਦਾ ਕੀ ਨੁਕਸਾਨ ਹੋਇਆ? ਕਿੰਨੀ ਕੁ ਹਿੱਸੇਦਾਰੀ ਕੈਪਟਨ ਸਾਹਿਬ ਨੂੰ ਉਹਦੇ ਵਿੱਚੋਂ ਆਉਂਦੀ ਆ? ਸਾਨੂੰ ਉਹ ਦੱਸ ਦੇਣ ਵੀ ਕੈਪਟਨ ਸਾਹਿਬ ਦਾ ਕੀ ਨੁਕਸਾਨ ਹੋ ਗਿਆ, ਸਾਡੇ ਪੰਜਾਬ ਦਾ ਕੀ ਨੁਕਸਾਨ ਹੋ ਗਿਆ, ਸਾਡੀ ਪੰਜਾਬ ਸਰਕਾਰ ਦਾ ਜਾਂ ਸਾਡੇ ਪੰਜਾਬ ਦੇ ਲੋਕਾਂ ਦਾ ਕੀ ਨੁਕਸਾਨ ਹੋ ਗਿਆ। ਅਸੀਂ ਇਹ ਗੱਲ ਸਮਝਦੇ ਆ ਕਿ ਜਿਹੜੀਆਂ 2 ਵੱਡੀਆਂ ਪਾਰਟੀਆਂ ਕਾਰਪੋਰੇਟ ਨੂੰ ਲਿਆਣੇ ਵਾਲੀਆਂ, ਬਿਲਕੁਲ ਕਾਰਪੋਰੇਟ ਦੇ ਇਸ਼ਾਰੇ ਤੇ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਆ, ਦਬਾਅ ਬਣਾਏ ਆ, ਅੰਦਰ ਖਾਤੇ ਮਿਲੀਆਂ ਭੁਗਤਾਂ ਆ। ਚਾਹੇ ਉਹ ਪਿਛਲੇ 10 ਸਾਲ ਅਕਾਲੀ ਦਲ ਦਾ ਰਾਜ ਰੱਖ ਲਈਏ, ਚਾਹੇ ਹੁਣ ਦਾ 5 ਸਾਲ ਦਾ ਜੋ ਕਾਰਜਕਾਲ ਕੈਪਟਨ ਅਮਰਿੰਦਰ ਸਿੰਘ ਦਾ। ਅਸੀਂ ਇਸ ਤਰ੍ਹਾਂ ਨਹੀਂ ਹੋਣ ਦੇਵਾਂਗੇ। ਦੇਸ਼ ਦਾ ਕਿਸਾਨ, ਪੰਜਾਬ ਦਾ ਕਿਸਾਨ ਇੱਕ ਮੁੱਠ ਵਾ। ਇਸ ਮੋਰਚੇ ਨੂੰ ਸਮਰਪਿਤ ਹੋ ਕੇ ਅਸੀਂ ਲੜਾਈ ਲੜ ਰਹੇ ਹਾਂ, ਬਿਲਕੁਲ ਜਿੱਤ ਵੱਲ ਵਧ ਰਹੇ ਹਾਂ। ਜੇ ਕੈਪਟਨ ਸਾਹਿਬ ਨੇ ਆਪਣੇ ਬਿਆਨਾਂ ਵਿੱਚ ਸੁਧਾਰ ਨਾ ਕੀਤਾ ਜਾਂ ਇਸ ਤਰ੍ਹਾਂ ਦੀ ਕੋਈ ਬਿਆਨਬਾਜ਼ੀ ਕੀਤੀ, ਬਿਲਕੁਲ ਨਹੀਂ ਕੈਪਟਨ ਦਾ ਹੈਲੀਕਾਪਟਰ ਉਤਰਨ ਦੇਵਾਂਗੇ। ਜਿਸ ਤਰ੍ਹਾਂ ਖੱਟਰ ਦਾ ਨਹੀਂ ਹਰਿਆਣੇ 'ਚ ਉਤਰਦਾ, ਬਿਲਕੁਲ ਅਸੀਂ ਬੜੀ ਹੀ ਸੰਜਮ ਨਾਲ ਲੜਾਈ ਲੜ ਰਹੇ ਹਾਂ। ਇੱਕ ਅਪੀਲ ਕਰਦੇ ਹਾਂ ਪੰਜਾਬ ਸਰਕਾਰ ਨੂੰ ਵੀ ਇਸ ਤਰ੍ਹਾਂ ਦੀ ਬਿਆਨਬਾਜ਼ੀ ਤੋਂ ਗੁਰੇਜ਼ ਕੀਤਾ ਜਾਵੇ। ਮੇਰਾ ਜਿੱਦਾਂ ਕਿ ਸੁਖਬੀਰ ਬਾਦਲ ਹੁਣੀ ਰੈਲੀਆਂ ਕਰਨ ਵਾਸਤੇ ਜਾਂਦੇ ਸੀ, ਉਹਨਾਂ ਨੇ 100 ਦਿਨਾਂ ਲਈ ਪ੍ਰੋਗਰਾਮ ਲਿਖਿਆ ਸੀ, ਵੱਡੇ ਪੱਧਰ ਤੇ ਵਿਰੋਧ ਹੋਇਆ, ਮਾਹੌਲ ਗੜਬੜਾਇਆ, ਫਿਰ ਬੀਜੇਪੀ ਦੇ ਐਮਐਲਏ ਦੇ ਕੱਪੜੇ ਪਾੜ ਦਿੱਤੇ ਗਏ। ਤੁਹਾਨੂੰ ਲੱਗਦਾ ਨਹੀਂ? ਉਹ ਕਹਿੰਦੇ ਕਿ ਸਿਆਸੀ ਆਗੂ ਜਾਂ ਲੋਕ ਵੀ ਕਹਿੰਦੇ ਕਿ ਪੰਜਾਬ ਦੇ ਵਿੱਚ ਮਾਹੌਲ ਗੜਬੜਾ ਸਕਦਾ, ਇਸ ਤਰ੍ਹਾਂ ਦੀਆਂ ਕੋਈ ਹੋਰ ਸ਼ਰਾਰਤ ਕਰ ਜੇ ਨਾਮ ਕਿਸਾਨਾਂ ਦਾ ਲੱਗ ਜਾਣਾ, ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਤੇ ਵੀ ਤੁਹਾਨੂੰ ਧਿਆਨ ਰੱਖਣਾ ਪਊਗਾ। ਬਿਲਕੁਲ ਇਸੇ ਧਿਆਨ ਨੂੰ ਵਿਕਰਮ ਜੀ ਅਸੀਂ ਮੁੱਖ ਰੱਖਦੇ ਹੋਏ ਚੰਡੀਗੜ੍ਹ ਮੀਟਿੰਗ ਬੁਲਾਈ ਸੀ।
ਜੋ 10 ਤਰੀਕ ਦੀ ਮੀਟਿੰਗ ਕੀਤੀ ਆ, ਅਸੀਂ ਪੰਜਾਬ ਲਈ ਬੜੇ ਹੀ ਸੰਜੀਦਾ ਆ। ਅਸੀਂ ਨਹੀਂ ਚਾਹੁੰਦੇ ਵੀ ਪੋਲੀਟੀਕਲ ਲੋਕਾਂ ਨਾਲ ਕਿਸਾਨਾਂ ਦਾ, ਮਜ਼ਦੂਰਾਂ ਦਾ ਜਾਂ ਆਮ ਲੋਕਾਂ ਦਾ ਕੋਈ ਟਕਰਾਅ ਹੋਵੇ। ਜੇ ਜਿਸ ਤਰ੍ਹਾਂ ਅਸੀਂ ਸਮਝਦੇ ਆ ਪਿਛਲੀਆਂ ਇਲੈਕਸ਼ਨਾਂ ਵੱਲ ਜੇ 10-20 ਸਾਲਾਂ ਦੀ ਵੱਲ ਨਿਗਾਹ ਮਾਰੀਏ ਤਾਂ ਜਦੋਂ ਇਹ ਪੋਲੀਟੀਕਲ ਲੋਕ ਉਦੋਂ ਆਪਣਾ ਪ੍ਰਚਾਰ ਸ਼ੁਰੂ ਕਰਦੇ ਹੁੰਦੇ ਸੀ ਜਦੋਂ ਚੋਣ ਜਾਬਤਾ ਲੱਗ ਜਾਂਦਾ ਹੁੰਦਾ ਸੀ, ਚੋਣ ਮੁਹਿੰਮ ਚੋਣ ਕਮਿਸ਼ਨ ਵੱਲੋਂ ਐਲਾਨ ਦਿੱਤੀ ਜਾਂਦੀ ਹੁੰਦੀ ਸੀ। ਪਰ ਹੁਣ ਐਤਕੀ ਨਹੀਂ, 8 ਤੋਂ 10 ਮਹੀਨੇ ਪਹਿਲਾਂ ਹੀ ਸ਼ੁਰੂ ਕਰਤਾ। ਇਹਨਾਂ ਨੂੰ ਕੀ ਡਰ ਪੈ ਗਿਆ? ਇਹਨਾਂ ਦਾ ਜੋ ਅਸੀਂ ਇਹ ਗੱਲ ਸਮਝਦੇ ਹਾਂ ਵੀ ਇਹ ਜੋ ਕਿਸਾਨੀ ਦੇ ਵਿਰੁੱਧ ਇਹ ਕਿੰਨੇ ਖੇਤੀ ਕਾਨੂੰਨ ਲਿਆਂਦੇ ਹੋ ਆ, ਕਿਤੇ ਨਾ ਕਿਤੇ ਇਹ ਸਿਆਸੀ ਪਾਰਟੀਆਂ ਸਾਰੀਆਂ ਭਾਗੀਦਾਰ ਆ। ਇਹ ਆਪਣੀ ਛਵੀ ਬਚਾਉਣ ਦੀ ਖਾਤਰ, ਆਪਣੀ ਕੁਰਸੀ ਦੀ ਬਚਾਉਣ ਦੀ ਖਾਤਰ ਇਹ ਸਭ ਇਸ ਤਰ੍ਹਾਂ ਦੀਆਂ ਰੈਲੀਆਂ ਪ੍ਰੋਗਰਾਮ ਕਰਦੇ ਆ। ਤੇ ਅਸੀਂ ਬੜੇ ਇਹ ਸੁਚੇਤ ਹੋ ਕੇ ਇਸ ਮੋਰਚੇ ਨੂੰ ਸਮਰਪਿਤ ਹੋ ਕੇ ਪੰਜਾਬ ਦੇ ਲੋਕ ਮੋਰਚਾ ਲੜ ਰਹੇ ਆ। ਬਿਲਕੁਲ ਜਿੱਤ ਵੱਲ ਵਧ ਰਹੇ ਆ, ਜਿੱਤਾਂਗੇ, ਬਿਲਕੁਲ ਜਿੱਤ ਕੇ ਜਾਵਾਂਗੇ। ਕੁਲਦੀਪ ਸਿੰਘ ਵਜੀਦਪੁਰ ਸਾਡੇ ਨਾਲ ਮੌਜੂਦ ਸਨ। ਕੁਲਦੀਪ ਸਿੰਘ ਕਹਿ ਰਹੇ ਨੇ ਕਿ ਜੇ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਾ ਰੋਕੀ ਤਾਂ ਫਿਰ ਜਿੱਦਾਂ ਹਰਿਆਣੇ ਦੇ ਵਿੱਚ ਮਨੋਹਰ ਲਾਲ ਖੱਟਰ ਹੁਣਾਂ ਦਾ ਹੈਲੀਕਾਪਟਰ ਨਹੀਂ ਉਤਰਨ ਦਿੱਤਾ ਸੀ, ਪੰਜਾਬ 'ਚ ਵੀ ਕੈਪਟਨ ਅਮਰਿੰਦਰ ਸਿੰਘ ਦਾ ਹੈਲੀਕਾਪਟਰ ਨਹੀਂ ਉਤਰਨ ਦੇਵਾਂਗੇ। ਤੇ ਸਾਰੀਆਂ ਹੀ ਸਿਆਸੀ ਪਾਰਟੀਆਂ, ਭਾਵੇਂ ਅਕਾਲੀ ਦਲ ਹੋਵੇ, ਆਮ ਆਦਮੀ ਪਾਰਟੀ ਹੋਵੇ, ਕਾਂਗਰਸ ਹੋਵੇ, ਸਾਰੀਆਂ ਹੀ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰਦੀਆਂ ਨੇ, ਪਰ ਸਭ ਨੂੰ ਆਪੋ ਆਪਣੇ ਹਿੱਤ ਪਿਆਰੇ ਨੇ, ਇਸੇ ਕਰਕੇ ਕਿਸਾਨਾਂ ਦੇ ਨਾਲ ਖੜੇ ਹੋਣ ਦਾ ਦਾਅਵਾ ਕਰਦੇ ਆ। ਕੈਮਰਾਮੈਨ ਸ਼ਮਸ਼ੇਰ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਸਿੰਘੂ ਬਾਰਡਰ, ਦਿੱਲੀ।